ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਦੇ ਕੁਝ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀ ਹਾਂ। ਇਹ ਵੀਡੀਓ ਤੁਹਾਡੇ ਪੀਐਸ ਟੈਟ ਐਗਜ਼ਾਮ ਪੇਪਰ 1 ਅਤੇ 2 ਦੋਨਾਂ ਲਈ ਹੀ ਯੂਸਫੁਲ ਹੈ। ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਐਂਡ ਦੋਸਤੋ ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਸਿੰਗਲ ਫੈਕਟਰ ਥਿਊਰੀ ਦੀ ਗੱਲ ਕੀਤੀ ਜਾ ਰਹੀ ਹੈ। ਸਿੰਗਲ ਫੈਕਟਰ ਥਿਊਰੀ ਦਾ ਸਿਧਾਂਤ ਕਿਹਦੇ ਦੁਆਰਾ ਦਿੱਤਾ ਗਿਆ ਸੀ? ਕੀ ਇਹਨਾਂ ਦਾ ਨਾਮ ਅਲਫਰਡ ਬਿਨੇ ਹੈ, ਥੌਰਨਡਾਈਕ ਹੈ, ਫਰੀਮੈਨ ਹੈ ਜਾਂ ਫਿਰ ਕੋਈ ਵੀ ਨਹੀਂ? ਸਿੰਗਲ ਫੈਕਟਰ ਥਿਊਰੀ ਦਾ ਜਿਹੜਾ ਸਿਧਾਂਤ ਹੈਗਾ ਜੀ ਉਹ ਦਿੱਤਾ ਗਿਆ ਸੀਗਾ ਅਲਫਰਡ ਬਿਨੇ ਦੁਆਰਾ। ਅਗਲਾ ਪ੍ਰਸ਼ਨ ਜਿਹਦੇ ਵਿੱਚ ਤੁਹਾਡੇ ਤੋਂ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਦੇ ਪਿਤਾਮਾ ਜਾਂ ਫਿਰ ਫਾਦਰ ਕਿਹਨੂੰ ਕਿਹਾ ਜਾਂਦਾ ਆ? ਹੂ ਇਜ਼ ਦਾ ਫਾਦਰ ਆਫ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ? ਕੀ ਇਹਨਾਂ ਦਾ ਨਾਮ ਗਾਰਡਨਰ ਹੈ, ਵਾਈਗੋਟਸਕੀ ਹੈ, ਬਰੂਨਰ ਹੈ ਜਾਂ ਫਿਰ ਪਿਆਜੇ ਹੈ? ਸਹੀ ਜਵਾਬ ਦੀ ਗੱਲ ਕਰਦੇ ਹਾਂ, ਫਾਦਰ ਆਫ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਕਿਹਾ ਜਾਂਦਾ ਹੈ ਗਾਰਡਨਰ ਨੂੰ। ਨੈਕਸਟ ਪ੍ਰਸ਼ਨ ਦੇਖ ਲਓ, ਪੁੱਛਿਆ ਜਾ ਰਿਹਾ ਹੂ ਗਿਵਜ਼ ਮੋਰ ਸਟ੍ਰੈਸ ਟੂ ਦਾ ਫਿਲਾਸਫੀ ਆਫ ਸੋਸ਼ਲ ਕੰਸਟਰਕਟਿਵਿਜ਼ਮ? ਸੋਸ਼ਲ ਕੰਸਟਰਕਟਿਵਿਜ਼ਮ ਦੀ ਗੱਲ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਕੀ ਇਹਨਾਂ ਦਾ ਨਾਮ ਪਿਆਜੇ ਹੈ, ਕੋਲਬਰਗ ਹੈ, ਵਾਈਗੋਟਸਕੀ ਹੈ ਜਾਂ ਫਿਰ ਡੀਵੀ ਹੈ? ਸਹੀ ਜਵਾਬ ਦੀ ਗੱਲ ਕਰਦੇ ਹਾਂ, ਸੋਸ਼ਲ ਕੰਸਟਰਕਟਿਵਿਜ਼ਮ ਦੀ ਜਿਹੜੀ ਗੱਲ ਹੈਗੀ ਹੈ ਜਾਂ ਫਿਰ ਜਿਹੜਾ ਮੋਰ ਸਟ੍ਰੈਸ ਦਿੱਤਾ ਜਾਂਦਾ ਹੈ ਫਿਲਾਸਫੀ ਆਫ ਸੋਸ਼ਲ ਕੰਸਟਰਕਟਿਵਿਜ਼ਮ ਤੇ ਉਹ ਦਿੱਤਾ ਜਾਂਦਾ ਹੈ ਜੀ ਵਾਈਗੋਟਸਕੀ ਦੁਆਰਾ। ਆਪਸ਼ਨ ਨੰਬਰ ਸੀ ਜਵਾਬ ਨੂੰ ਲਗਾਉਂਗੇ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਬੈਸਟ ਪਲੇਸ ਕਿਹੜੀ ਹੋ ਸਕਦੀ ਹੈ ਸੋਸ਼ਲ ਡਿਵੈਲਪਮੈਂਟ ਦੇ ਲਈ 12 ਸਾਲ ਦੇ ਬੱਚੇ ਦੇ ਲਈ? ਨੇਬਰਹੁੱਡ, ਫੈਮਿਲੀ, ਪਲੇਗਰਾਊਂਡ ਜਾਂ ਫਿਰ ਸਕੂਲ? ਸਹੀ ਜਵਾਬ ਹੈਗਾ ਜੀ ਪਲੇਗਰਾਊਂਡ। ਖੇਡ ਦਾ ਜਿਹੜਾ ਮੈਦਾਨ ਹੈਗਾ ਜੀ 12 ਸਾਲ ਦੇ ਬੱਚੇ ਦੇ ਲਈ ਸੋਸ਼ਲ ਡਿਵੈਲਪਮੈਂਟ ਦੇ ਲਈ ਬਹੁਤ ਵਧੀਆ ਜਗ੍ਹਾ ਹੋ ਸਕਦੀ ਆ। ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੈ। ਅਗਲਾ ਪ੍ਰਸ਼ਨ ਦੇਖੋ। ਅਗਲੇ ਪ੍ਰਸ਼ਨ ਦੇ ਵਿੱਚ ਐਡੂਕੇਬਲ ਗਰੁੱਪ ਦੀ ਗੱਲ ਕੀਤੀ ਜਾ ਰਹੀ ਹੈ। ਤੁਹਾਨੂੰ ਇਹ ਦੱਸਣਾ ਪੈਣਾ ਆ ਕਿ ਐਡੂਕੇਬਲ ਜਿਹੜਾ ਗਰੁੱਪ ਹੈਗਾ ਆ ਇਹਨਾਂ ਵਿੱਚੋਂ ਕਿਹੜੇ IQ ਗਰੁੱਪ ਵਿੱਚ ਆਉਂਦਾ ਆ? 50 ਤੋਂ 70, 30 ਤੋਂ 50, 70 ਤੋਂ 90, 40 ਤੋਂ 80। ਇੱਕ ਮੈਂ ਟੇਬਲ ਵੀ ਵਿਖਾ ਦਿੰਦਾ ਤੁਹਾਨੂੰ। ਇਸ ਟੇਬਲ ਨੂੰ ਤੁਸੀਂ ਯਾਦ ਕਰ ਲੈਣਾ ਆ, ਸਕਰੀਨਸ਼ਾਟ ਲੈ ਲਿਓ ਐਂਡ ਇਹਦੇ ਵਿੱਚ ਤੁਸੀਂ ਐਡੂਕੇਬਲ ਜਿਹੜਾ ਗਰੁੱਪ ਹੈਗਾ ਜੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ IQ ਰੇਂਜ ਕਿੰਨੀ ਹੁੰਦੀ ਹੈ, 50 ਤੋਂ 70। ਆਪਸ਼ਨ ਨੰਬਰ ਏ ਜਵਾਬ ਤੇ ਟਿਕ ਲਗਾ ਦਿਓ ਐਂਡ ਇਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਪੜ੍ਹ ਲਿਓ। ਅਗਲਾ ਤੁਸੀਂ ਵੇਖ ਸਕਦੇ ਹੋ ਪ੍ਰਸ਼ਨ IQ ਸਕੋਰ ਦੀ ਗੱਲ ਕੀਤੀ ਜਾ ਰਹੀ ਹੈ। IQ ਜਿਹੜੇ ਸਕੋਰ ਹੁੰਦੇ ਆ ਜਨਰਲੀ ਕੋਰਿਲੇਟਡ ਹੁੰਦੇ ਆ ਜੀ ਅਕੈਡਮਿਕ ਪਰਫਾਰਮੈਂਸ ਦੇ ਨਾਲ। ਕਿੰਨੇ ਕੁ ਕੋਰਿਲੇਟਡ ਹੁੰਦੇ ਨੇ ਜੀ? ਘੱਟ ਤੋਂ ਘੱਟ, ਪਰਫੈਕਟਲੀ, ਹਾਈਲੀ ਜਾਂ ਫਿਰ ਮੋਡਰੇਟਲੀ? ਸਹੀ ਜਵਾਬ ਦੀ ਗੱਲ ਕਰਦੇ ਹਾਂ, ਜਿਹੜੇ IQ ਸਕੋਰ ਹੁੰਦੇ ਆ ਉਹ ਤੁਹਾਡੇ ਅਕੈਡਮਿਕਸ ਪਰਫਾਰਮੈਂਸ ਦੇ ਨਾਲ ਕੋਰਿਲੇਟਡ ਹੁੰਦੇ ਆ ਜੀ ਹਾਈਲੀ। ਆਪਸ਼ਨ ਨੰਬਰ ਸੀ ਉਚੇਰੇ ਤੌਰ ਤੇ। ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਅਗਲਾ ਪ੍ਰਸ਼ਨ ਦੇਖ ਲੈਂਦੇ ਹਾਂ। ਨੇਚਰ ਆਫ ਚਿਲਡਰਨ ਆਰ ਲਾਈਕ? ਬੱਚਿਆਂ ਦੀ ਨੇਚਰ ਕਿਸ ਤਰ੍ਹਾਂ ਦੀ ਹੁੰਦੀ ਹੈ? ਬੱਚਿਆਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ? ਇਮੀਟੇਟਿਵ, ਕੰਸਟਰਕਟਿਵ, ਇਮੈਜੀਨੇਟਿਵ ਜਾਂ ਫਿਰ ਡਿਸਟਰਕਟਿਵ, ਵਿਨਾਸ਼ਕਾਰੀ? ਸਹੀ ਜਵਾਬ ਦੀ ਗੱਲ ਕਰਦੇ ਹਾਂ, ਬੱਚਿਆਂ ਦੀ ਜਿਹੜੀ ਨੇਚਰ ਹੁੰਦੀ ਹੈ ਜੀ ਕਾਪੀ ਕਰਨ ਵਾਲੀ ਹੁੰਦੀ ਹੈ, ਅਨੁਕਰਨ ਕਰਨ ਵਾਲੀ ਹੁੰਦੀ ਹੈ। ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੈ। ਬੱਚੇ ਇਮੀਟੇਟ ਕਰਕੇ, ਨਕਲ ਕਰਕੇ ਹੀ ਆਪਣੇ ਤੋਂ ਸਿੱਖਦੇ ਹੈਗੇ ਆ। ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੈ। ਅਗਲਾ ਪ੍ਰਸ਼ਨ ਦੇਖੋ। ਗਾਰਡਨਰ ਦੀ ਥਿਊਰੀ ਤੋਂ ਰਿਲੇਟਡ ਇੱਕ ਪ੍ਰਸ਼ਨ ਹੈਗਾ ਆ। ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਇੰਪਲਾਈਜ਼ ਦ ਫੋਲੋਇੰਗ ਐਕਸੈਪਟ? ਬੁੱਧੀ ਦਾ ਸਿਧਾਂਤ ਦਾ ਅਰਥ ਹੇਠ ਲਿਖੇ ਅਨੁਸਾਰ ਹੈ। ਸੋ ਇਹਦੇ ਵਿੱਚ ਤੁਸੀਂ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਦੱਸਣਾ ਆ। ਮਲਟੀਪਲ ਇੰਟੈਲੀਜੈਂਸ ਦੀ ਗੱਲ ਕੀਤੀ ਜਾ ਰਹੀ ਆ, ਬਹੁ ਬੁੱਧੀ ਸਿਧਾਂਤ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹ ਥਿਊਰੀ ਜਿਹੜੀ ਹੈਗੀ ਸੀਗੀ ਮਲਟੀਪਲ ਇੰਟੈਲੀਜੈਂਸ ਦੀ ਕਿਹਦੇ ਦੁਆਰਾ ਦਿੱਤੀ ਗਈ ਸੀਗੀ? ਗਾਰਡਨਰ ਦੀ ਥਿਊਰੀ ਹੈਗੀ ਸੀ। ਜੇਕਰ ਤੁਹਾਨੂੰ ਗਾਰਡਨਰ ਦੀ ਥਿਊਰੀ ਪਤਾ ਹੈਗਾ ਆ ਗਾਰਡਨਰ ਦੀ ਥਿਊਰੀ ਬਾਰੇ ਤਾਂ ਇਸ ਪ੍ਰਸ਼ਨ ਦਾ ਜਵਾਬ ਤੁਸੀਂ ਦੇ ਸਕਦੇ ਹੋ। ਮਲਟੀਪਲ ਇੰਟੈਲੀਜੈਂਸ ਦੇ ਵਿੱਚ ਇਹਦੇ ਵਿੱਚ ਲਿਖਿਆ ਹੋਇਆ ਪਹਿਲੀ ਲਾਈਨ ਦੇ ਵਿੱਚ ਇੰਟੈਲੀਜੈਂਸ ਇਜ਼ ਅ ਡਿਸਟਿੰਕਟ ਸੈਟ ਆਫ ਪ੍ਰੋਸੈਸਿੰਗ ਆਪਰੇਸ਼ਨ ਯੂਜ਼ਡ ਬਾਈ ਐਨ ਇੰਡੀਵਿਜੂਅਲ ਟੂ ਸੋਲਵ ਪ੍ਰੋਬਲਮਸ? ਕਿ ਬੁੱਧੀ ਇੱਕ ਵਿਅਕਤੀ ਦੁਆਰਾ ਸਮੱਸਿਆ ਹੱਲ ਕਰਨ ਲਈ ਵਰਤੇ ਜਾਂਦੇ ਪ੍ਰੋਸੈਸਿੰਗ ਕਾਰਜਾਂ ਦਾ ਇੱਕ ਨਿਵੇਕਲਾ, ਮਤਲਬ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜੀ ਇਹਦੇ ਵਿੱਚ ਸ਼ਾਮਿਲ ਹੁੰਦੀਆਂ ਨੇ। ਮਲਟੀਪਲ ਇੰਟੈਲੀਜੈਂਸ ਦੀ ਗੱਲ ਕੀਤੀ ਸੀਗੀ ਕਿ ਇੰਟੈਲੀਜੈਂਸ ਦੇ ਵਿੱਚ ਤੁਹਾਨੂੰ ਮਲਟੀਪਲ ਇੰਟੈਲੀਜੈਂਸ ਦੇਖਣ ਨੂੰ ਮਿਲਦੀ ਹੈ, ਜਿਹਦੀ ਗੱਲ ਆਪਾਂ ਥਿਊਰੀ ਵਾਲੀ ਵੀਡੀਓ ਵਿੱਚ ਕਰ ਚੁੱਕੇ ਹਾਂ। ਡਿਸਪਲਿਨ ਜਿਹੜਾ ਵਰਡ ਹੈਗਾ ਜੀ ਇੱਥੇ ਫੀਲਡ ਆਫ ਸਟੱਡੀ ਬਾਰੇ ਦੱਸ ਰਿਹਾ ਕਿ ਜਿਹੜਾ ਫੀਲਡ ਆਫ ਸਟੱਡੀ ਸ਼ੁੱਡ ਬੀ ਪ੍ਰੈਜ਼ੈਂਟਡ ਇਨ ਨੰਬਰ ਆਫ ਵੇਜ਼।
ਆਪਸ਼ਨ ਨੰਬਰ ਸੀ ਲਰਨਿੰਗ ਕੁਡ ਬੀ ਅਸੈਸਡ ਥਰੂ ਅ ਵੈਰਾਈਟੀ ਆਫ ਮੀਨਸ। ਸਿੱਖਿਆ ਦਾ ਕਈ ਸਾਧਨਾਂ ਦੁਆਰਾ ਮੁਲਾਂਕਣ ਕੀਤਾ ਜਾ ਸਕਦਾ ਆ। ਜੇਕਰ ਮਲਟੀਪਲ ਇੰਟੈਲੀਜੈਂਸ ਨੇ ਜੀ ਤਾਂ ਵੈਰਾਈਟੀ ਆਫ ਮੀਨਸ ਤਾਂ ਹੋਣਗੇ। ਬਿਲਕੁਲ ਇਹ ਗੱਲ ਠੀਕ ਲਿਖੀ ਹੋਈ ਹੈ। ਸਹੀ ਜਵਾਬ ਦੀ ਹੀ ਮੈਂ ਗੱਲ ਕਰੂੰਗਾ ਆਪਸ਼ਨ ਨੰਬਰ ਏ, ਬੀ ਤੇ ਸੀ। ਇਹ ਤਿੰਨੇ ਚੀਜ਼ਾਂ ਸਹੀ ਨੇ ਜਦੋਂ ਆਪਾਂ ਗਾਰਡਨਰ ਦੀ ਥਿਊਰੀ ਦੀ ਗੱਲ ਕਰਦੇ ਹਾਂ। ਬਟ ਲਾਸਟ ਤੇ ਇੱਕ ਆਪਸ਼ਨ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ, ਇਮੋਸ਼ਨਲ ਇੰਟੈਲੀਜੈਂਸ ਇਜ਼ ਨਾਟ ਰਿਲੇਟਡ ਟੂ IQ। ਤੁਹਾਨੂੰ ਯਾਦ ਹੋਣਾ ਗਾਰਡਨਰ ਦੀ ਥਿਊਰੀ ਦੇ ਵਿੱਚ ਤੁਹਾਨੂੰ ਇੰਟਰਪਰਸਨਲ ਤੇ ਇੰਟਰਾਪਰਸਨਲ ਥਿਊਰੀ ਵੇਖਣ ਨੂੰ ਮਿਲਦੀ ਆ। ਬਿਲਕੁਲ ਥਿਊਰੀ ਉਹ ਵੇਖਣ ਨੂੰ ਮਿਲਦੀ ਆ। ਉਹਦੇ ਵਿੱਚ ਇਹਨਾਂ ਨੇ ਇੰਟਰਪਰਸਨਲ ਤੇ ਇੰਟਰਾਪਰਸਨਲ ਥਿਊਰੀ ਦੀ ਵੀ ਜਾਂ ਫਿਰ ਇੰਟੈਲੀਜੈਂਸ ਦੀ ਉਹਨਾਂ ਨੇ ਗੱਲ ਕੀਤੀ ਸੀਗੀ। ਐਂਡ ਉਹ ਦੋਨੋਂ ਚੀਜ਼ਾਂ IQ ਦਾ ਪਾਰਟ ਨੇ, ਪਰ ਇੱਥੇ ਤਾਂ ਲਿਖਿਆ ਹੋਇਆ ਕਿ ਇਮੋਸ਼ਨਲ ਇੰਟੈਲੀਜੈਂਸ ਰਿਲੇਟਡ ਹੀ ਹੈ ਨਹੀਂ IQ ਦੇ। ਸੋ ਇਹ ਜਿਹੜੀ ਗੱਲ ਲਿਖੀ ਹੋਈ ਹੈ ਇਹ ਕੰਪਲੀਟਲੀ ਸਹੀ ਹੈ ਨਹੀਂ, ਕਿਉਂਕਿ ਗਾਰਡਨਰ ਦੀ ਥਿਊਰੀ ਦੇ ਵਿੱਚ ਇੰਟਰਪਰਸਨਲ ਜਾਂ ਫਿਰ ਇੰਟਰਾਪਰਸਨਲ ਥਿਊਰੀ ਦੀ ਗੱਲ ਕਰਦੀ ਆ, ਉਹਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ ਵੀ ਆ ਜਾਂਦੀ ਹੈ, ਬਟ ਉਹਦਾ ਪਾਰਟ ਦੱਸਦੇ ਹੈਗੇ IQ ਦਾ। ਸੋ ਇਸ ਕਰਕੇ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਊਗਾ। ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ A, B ਤੇ C, ਇਹ ਤਿੰਨੇ ਚੀਜ਼ਾਂ ਗਾਰਡਨਰ ਦੀ ਥਿਊਰੀ ਨਾਲ ਰਿਲੇਟਡ ਨੇ। ਚੱਲਦੀਆਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਅਡੋਲਸੈਂਸ ਮੇ ਐਕਸਪੀਰੀਅੰਸ, ਕਿਸ਼ੋਰਾਂ ਨੂੰ ਤਜਰਬਾ ਹੋ ਸਕਦਾ ਹੈ ਫੀਲਿੰਗ ਆਫ ਸੈਲਫ ਐਕਚੁਅਲਾਈਜੇਸ਼ਨ, ਫੀਲਿੰਗ ਆਫ ਸੈਟੀਏਸ਼ਨ ਅਬਾਊਟ ਲਾਈਫ, ਐਂਗਜ਼ਾਇਟੀ ਐਂਡ ਕੰਸਰਨ ਅਬਾਊਟ ਦੈਮਸੈਲਵਸ, ਫੀਲਿੰਗ ਆਫ ਫੀਅਰ ਅਬਾਊਟ ਸਿਨਸ ਕਮਿਟਡ ਇਨ ਚਾਈਲਡਹੁੱਡ। ਅਡੋਲਸੈਂਸ ਜਾਂ ਫਿਰ ਜਿਹੜੇ ਕਿਸ਼ੋਰ ਹੁੰਦੇ ਹੈਗੇ ਆ ਜੀ, ਉਹਨਾਂ ਨੂੰ ਆਪਣੀ ਜਿਹੜੀ ਚਿੰਤਾ ਹੈਗੀ ਆ ਜੀ ਉਹ ਲੱਗੀ ਰਹਿੰਦੀ ਹੈ, ਉਹਨਾਂ ਨੂੰ ਭਵਿੱਖ ਦੀ ਚਿੰਤਾ ਵੀ ਲੱਗੀ ਰਹਿੰਦੀ ਹੈ। ਸੋ ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਊਗਾ। ਪਰੇਸ਼ਾਨ ਜੇ ਹੋਏ ਫਿਰਦੇ ਹੁੰਦੇ ਆ, ਤੁਸੀਂ ਵੇਖਿਆ ਵੀ ਹੋਣਾ ਤੁਹਾਡੀਆਂ ਕਲਾਸਿਸ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ, ਜਿਹੜੇ ਕਿ ਕਿਸ਼ੋਰ ਹੁੰਦੇ ਆ, ਉਹਨਾਂ ਦੇ ਵਿੱਚ ਬਾਡੀ ਵਿੱਚ ਜਿਹੜੀ ਤਬਦੀਲੀ ਹੁੰਦੀ ਹੈ ਉਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ, ਜਿਹਦੇ ਕਰਕੇ ਉਹ ਬੱਚੇ ਥੋੜ੍ਹੇ ਜਿਹੇ ਫਰਸਟ੍ਰੇਟ ਹੋਏ ਰਹਿੰਦੇ ਆ। ਸੋ ਇਸ ਕਰਕੇ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾਓਗੇ ਟਿਕ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ, ਰॉ ਮਟੀਰੀਅਲ ਆਫ ਥਿੰਕਿੰਗ ਇਜ਼ ਸਿੰਬਲਸ, ਸਿਮੈਂਟਿਕਸ, ਮੈਨ ਜਾਂ ਫਿਰ ਚਾਈਲਡ। ਜਦੋਂ ਤੁਸੀਂ ਕੁਝ ਵੀ ਸੋਚਦੇ ਹੋ, ਜਿਵੇਂ ਮੰਨ ਲਓ ਮੈਂ ਸੋਚ ਰਿਹਾ ਇੱਕ ਕੁੱਤੇ ਬਾਰੇ ਅਤੇ ਮੇਰੇ ਦਿਮਾਗ ਵਿੱਚ ਇੱਕ ਡੌਗ ਵਰਡ ਆਊਗਾ। ਹੁਣ ਇਹ ਜਿਹੜਾ ਡੌਗ ਵਰਡ ਹੈਗਾ ਜੀ ਇਹ ਸਿੰਬਲ ਹੈਗਾ ਆ। ਅਸਲ ਵਿੱਚ ਕੁੱਤਾ ਕਿਹੋ ਜਿਹਾ ਦਿਖਦਾ ਆ, ਉਹਦਾ ਮੈਂ ਸਿੰਬਲ ਕੁਝ ਇਸ ਤਰ੍ਹਾਂ ਬਣਾਇਆ ਹੋਇਆ। ਸੋ ਮੇਰੇ ਦਿਮਾਗ ਦੇ ਵਿੱਚ ਜਿਹੜੇ ਸਿੰਬਲਸ ਨੇ ਜੀ, ਵਰਡਸ ਨੇ ਜੀ, ਪਿਕਚਰਸ ਹੈਗੀਆਂ, ਟੈਕਸਟ ਹੈਗਾ ਜੀ ਉਹ ਆਉਂਦਾ ਆ। ਸੋ ਇਸ ਕਰਕੇ ਰॉ ਮਟੀਰੀਅਲ ਆਫ ਥਿੰਕਿੰਗ ਨੂੰ ਤੁਸੀਂ ਕਹਿ ਸਕਦੇ ਹੋ ਜੀ ਸਿੰਬਲ। ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾਉਣਾ ਹੈ ਟਿਕ। ਤੇ ਇਹਨਾਂ ਸਿੰਬਲਸ ਦੇ ਵਿੱਚ ਜਿਹੜੇ ਵਰਡਸ ਆਉਂਦੇ ਆ ਉਹਨਾਂ ਦੀ ਮੀਨਿੰਗਫੁਲ ਸਟੱਡੀ ਨੂੰ ਤੁਸੀਂ ਸਿਮੈਂਟਿਕਸ ਕਹਿ ਦਿੰਦੇ ਹੋ। ਸੋ ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਆ। ਅਗਲਾ ਪ੍ਰਸ਼ਨ ਦੇਖ ਲਓ, ਹੈਰੀਡਿਟੀ ਦੀ ਯੂਨਿਟ ਕੀ ਹੈ ਜੀ? ਵੰਸ਼ ਦੀ ਇਕਾਈ ਸਟੈਟਿਕ ਬੇਸਡ ਪ੍ਰਸ਼ਨ ਹੈ ਜੀ। ਕ੍ਰੋਮੋਜ਼ੋਮ, ਜੀਨਸ, ਫਰਟੀਲਾਈਜ਼ਡ ਸੈੱਲ, ਜਾਈਗੋਟ। ਸਹੀ ਜਵਾਬ ਤੁਹਾਡਾ ਬਣੇਗਾ ਜੀ ਜੀਨ। ਜੀਨ ਜਿਹੜਾ ਹੈਗਾ ਜੀ ਜੀਵਾਣੂ ਜਿਹਨੂੰ ਤੁਸੀਂ ਕਹਿ ਰਹੇ ਹੋ, ਇਹ ਵੰਸ਼ ਦੀ ਇਕਾਈ ਹੈ, ਹੈਰੀਡਿਟੀ ਦੀ ਇਕਾਈ ਹੈ। ਆਪਸ਼ਨ ਨੰਬਰ ਬੀ ਜਵਾਬ ਨੂੰ ਲਗਾ ਦਿਓ ਟਿਕ। ਅੱਗੇ ਪੁੱਛਿਆ ਜਾ ਰਿਹਾ, ਡੈਸ਼ ਇਜ਼ ਦਾ ਰੇਸ਼ੋ ਆਫ ਮੈਂਟਲ ਏਜ ਟੂ ਬੀ ਕ੍ਰੋਨਿਕਲ ਏਜ ਮਲਟੀਪਲਾਈਡ ਬਾਈ 100। ਸਟੈਟਿਕਲ ਬੇਸਡ ਪ੍ਰਸ਼ਨ ਹੈ ਜੀ। ਡੈਸ਼ ਇਜ਼ ਦਾ ਰੇਸ਼ੋ ਆਫ ਮੈਂਟਲ ਏਜ। ਮੈਂਟਲ ਏਜ ਦੀ ਇਹਨਾਂ ਨੇ ਗੱਲ ਕੀਤੀ, MA ਮੈਂਟਲ ਏਜ। ਇਸ ਤੋਂ ਬਾਅਦ ਇਹਨਾਂ ਨੇ ਕ੍ਰੋਨਿਕਲ ਏਜ ਦੀ ਗੱਲ ਕੀਤੀ ਹੈ। ਕ੍ਰੋਨਿਕਲ ਏਜ ਨੂੰ ਕੀਤਾ ਮਲਟੀਪਲਾਈਡ ਬਾਈ 100। ਸੋ ਇਹ ਕਿਹਦੇ ਇਕੁਅਲਟਿਵ ਦੀ ਗੱਲ ਕੀਤੀ ਜਾ ਰਹੀ ਹੈ, ਕਿਹਦੀ ਰੇਸ਼ੋ ਦੀ ਗੱਲ ਕੀਤੀ ਜਾ ਰਹੀ ਹੈ? ਇਹਨੂੰ ਤੁਸੀਂ ਕਹਿੰਦੇ ਹੋ ਜੀ IQ। IQ ਦਾ ਜਿਹੜਾ ਫਾਰਮੂਲਾ ਦੇਖਣ ਨੂੰ ਮਿਲਦਾ ਹੈ ਜੀ ਉਹ ਹੈ ਜੀ MA ਡਿਵਾਈਡਡ ਬਾਈ CA ਮਲਟੀਪਲਾਈਡ ਬਾਈ 100। ਸੋ IQ ਇਜ਼ ਇਕੁਅਲ ਟੂ MA ਡਿਵਾਈਡਡ ਬਾਈ CA ਮੈਂਟਲ ਏਜ ਡਿਵਾਈਡਡ ਬਾਈ ਕ੍ਰੋਨਿਕਲ ਏਜ ਇਨਟੂ 100। ਸੋ ਇੱਥੇ ਆਪਸ਼ਨ ਨੰਬਰ ਜਿਹੜਾ B ਜਵਾਬ ਬਣਿਆ ਜੀ ਇਹ ਤੁਹਾਡਾ ਸਹੀ ਬਣੇਗਾ। ਇੰਟੈਲੀਜੈਂਸ ਕੁਐਸ਼ੀਐਂਟ, ਬੁੱਧੀ ਅੰਕ। ਆਪਸ਼ਨ ਨੰਬਰ B ਜਵਾਬ ਨੂੰ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਪ੍ਰੋਡਕਟ ਆਫ ਲਰਨਿੰਗ ਦੀ ਗੱਲ ਕੀਤੀ ਜਾ ਰਹੀ ਹੈ। ਕਿਹੜਾ ਇਹਦੇ ਵਿੱਚੋਂ ਥੱਲੇ ਦਿੱਤਾ ਹੋਇਆ ਜਿਹੜਾ ਕਿ ਨਹੀਂ ਹੈ ਪ੍ਰੋਡਕਟ ਆਫ ਲਰਨਿੰਗ? ਸਕਿੱਲ, ਨੌਲੇਜ, ਮੈਚੂਰੇਸ਼ਨ, ਫਿਜ਼ੀਕਲ ਸਟਰਕਚਰ। ਸਕਿੱਲ ਦੀ ਗੱਲ ਕਰਦੇ ਹਾਂ। ਸਕਿੱਲ ਜਿਹੜੀ ਚੀਜ਼ ਹੈਗੀ ਆ ਜੀ ਇਹ ਤੁਹਾਨੂੰ ਆਉਂਦੀ ਹੈ ਜੀ ਲਰਨਿੰਗ ਦੇ ਨਾਲ, ਐਕਸਪੀਰੀਅੰਸ ਦੇ ਨਾਲ। ਜੇਕਰ ਤੁਹਾਨੂੰ ਸਾਈਕਲ ਬਹੁਤ ਵਧੀਆ ਚਲਾਉਣੀ ਆਉਂਦੀ ਹੈ, ਉਹ ਚੀਜ਼ਾਂ ਤੁਸੀਂ ਸਿੱਖ ਚੁੱਕੇ ਹੋ, ਲਰਨਿੰਗ ਦੇ ਨਾਲ ਆਈਆਂ ਨੇ ਉਹ ਚੀਜ਼ਾਂ। ਸੋ ਸਕਿੱਲ ਤਾਂ ਇਹਦਾ ਜਵਾਬ ਹੋ ਨਹੀਂ ਸਕਦਾ। ਨੌਲੇਜ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੀ ਕਾਹਦੇ ਨਾਲ? ਐਕਸਪੀਰੀਅੰਸ ਦੇ ਨਾਲ, ਪੜ੍ਹਨ ਦੇ ਨਾਲ, ਲਰਨਿੰਗ ਦੇ ਨਾਲ। ਸੋ ਆਪਸ਼ਨ ਨੰਬਰ B ਜਵਾਬ ਵੀ ਸਹੀ ਨਹੀਂ ਹੋ ਸਕਦਾ। D ਜਿਹੜਾ ਜਵਾਬ ਹੈਗਾ ਜੀ ਫਿਜ਼ੀਕਲ ਸਟਰਕਚਰ। ਫਿਜ਼ੀਕਲ ਸਟਰਕਚਰ ਵੈਸੇ ਤਾਂ ਵੇਖਿਆ ਜਾਵੇ ਤੇ ਮੈਚੂਰੇਸ਼ਨ ਦੇ ਨਾਲ ਵੀ ਤੁਹਾਡਾ ਫਿਜ਼ੀਕਲ ਸਟਰਕਚਰ ਚੇਂਜ ਹੁੰਦਾ ਆ, ਪਰ ਅਸਲ ਦੇ ਵਿੱਚ ਫਿਜ਼ੀਕਲ ਸਟਰਕਚਰ ਟ੍ਰੇਨਿੰਗ ਦੇ ਨਾਲ ਵੀ ਇਹਦੇ ਵਿੱਚ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਨੇ। ਸੋ D ਜਵਾਬ ਨੂੰ ਵੀ ਆਪਾਂ ਸਹੀ ਨਹੀਂ ਲਗਾਵਾਂਗੇ, ਆਪਾਂ ਸਹੀ ਜਵਾਬ ਲਗਾਵਾਂਗੇ C ਨੂੰ।
ਮੈਚੂਰੇਸ਼ਨ ਕਹਿ ਲਓ ਇੱਕ ਬਾਇਓਲੋਜੀਕਲ ਪ੍ਰੋਸੈਸ ਹੈ ਜਿਹੜੀ ਕਿ ਚੱਲਦੀ ਰਹਿੰਦੀ ਹੈ। ਮੈਚੂਰੇਸ਼ਨ ਉਮਰ ਦੇ ਨਾਲ ਟਾਈਮ ਦੇ ਨਾਲ ਆਉਂਦੀ ਹੈ, ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਹੈ ਜੀ ਇਹ ਪ੍ਰੋਡਕਟ ਆਫ ਲਰਨਿੰਗ ਨਹੀਂ ਹੈ। ਆਪਸ਼ਨ ਨੰਬਰ ਸੀ ਜਵਾਬ ਨੂੰ ਲਗਾਉਂਗੇ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਸਕੀਮ ਜਾਂ ਫਿਰ ਸਕੀਮਾ ਹੁੰਦਾ ਕੀ ਹੈ ਇਹਦੇ ਬਾਰੇ ਤੁਸੀਂ ਦੱਸਣਾ ਆ। ਚੰਕਿੰਗ ਮਕੈਨਿਜ਼ਮ ਹੈ, ਲਰਨਿੰਗ ਟੈਕਨੀਕਸ ਹੈ, ਆਰਗੇਨਾਈਜ਼ਡ ਪੈਕਟਸ ਆਫ ਇਨਫੋਰਮੇਸ਼ਨ ਸਟੋਰਡ ਇਨ ਲੌਂਗ ਟਰਮ ਮੈਮਰੀ, ਜਾਂ ਫਿਰ ਡਿਫੈਂਸ ਮਕੈਨਿਜ਼ਮ। ਸਹੀ ਜਵਾਬ ਦੀ ਗੱਲ ਕਰਾਂਗੇ, ਸਕੀਮ ਕੀ ਹੈ ਜੀ, ਆਰਗੇਨਾਈਜ਼ਡ ਪੈਕਟ ਆਫ ਇਨਫੋਰਮੇਸ਼ਨ ਸਟੋਰਡ ਇਨ ਲੌਂਗ ਟਰਮ। ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।